ਹੈਲੋ एवरीवन, ਅੱਜ ਅਸੀਂ ਡਿਸਕਸ ਕਰਾਂਗੇ ਗ੍ਰਾਮਰ ਦਾ ਸਭ ਤੋਂ ਇੰਪੋਰਟੈਂਟ ਟੌਪਿਕ ਟੈਂਸ ਜਿਹੜਾ ਤੁਹਾਨੂੰ ਪਤਾ ਹੈ ਕਿ ਸਪੋਕਨ ਇੰਗਲਿਸ਼ ਲਈ, ਰਿਟਨ ਇੰਗਲਿਸ਼ ਲਈ ਤੇ ਤੁਹਾਡੀ ਗ੍ਰਾਮਰ ਦਾ ਵੀ ਜਿਹੜੇ ਟੈਂਸ ਬੇਸ ਹੈ। ਇਹਨਾਂ ਸਾਰਿਆਂ ਲਈ ਜਿਹੜੇ ਟੈਂਸ ਤੁਹਾਨੂੰ ਆਉਣੇ, ਟੈਂਸ ਦੇ ਜਿਹੜੇ ਬੇਸਿਕ ਰੂਲਸ ਹੈ ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਠੀਕ ਹੈ, ਟੈਂਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਟੈਂਸ ਤਿੰਨ ਟਾਈਪਸ ਦੇ ਹੁੰਦੇ ਆ, ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ ਤੇ ਫਿਊਚਰ ਟੈਂਸ। ਠੀਕ ਹੈ, ਪ੍ਰੈਜ਼ੈਂਟ ਟੈਂਸ ਦੇ ਵਿੱਚ ਕੀ ਹੈ, ਪ੍ਰੈਜ਼ੈਂਟ ਟੈਂਸ ਦੀਆਂ ਵੀ ਅੱਗੋਂ ਚਾਰ ਟਾਈਪਸ ਹੈ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ, ਕੰਟੀਨਿਊਸ, ਪਰਫੈਕਟ ਤੇ ਪਰਫੈਕਟ ਕੰਟੀਨਿਊਸ। ਦੇਖੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਲਰੇਡੀ ਪਤਾ ਹੈ ਸਭ। ਠੀਕ ਹੈ, ਤੁਹਾਨੂੰ ਪ੍ਰੋਬਲਮ ਕਿੱਥੇ ਆਉਂਦੀ, ਜਦੋਂ ਤੁਸੀਂ ਟੈਂਸ ਕਰਦੇ ਹੋ ਤੁਹਾਨੂੰ ਰੂਲਸ ਦੇ ਵਿੱਚ ਜਾਂ ਜਦੋਂ ਤੁਸੀਂ ਅਪਲਾਈ ਕਰਦੇ ਹੋ ਰੂਲਸ ਨੂੰ ਉਦੋਂ ਤੁਸੀਂ ਮਿਸਟੇਕਸ ਕਰਦੇ ਹੋ। ਠੀਕ ਹੈ, ਅੱਜ ਉਹੀ ਆਪਾਂ ਦੇਖਣਾ, ਬੇਸਿਕ ਰੱਟਾ ਨਹੀਂ ਮਾਰਨਾ, ਸਮਝ ਕੇ ਕਰਨਾ। ਠੀਕ ਹੈ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਸਮਝਦੇ ਹੋ। ਸਭ ਤੋਂ ਪਹਿਲਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ, ਟੋਟਲ ਟਾਈਪਸ ਕਿੰਨੀਆਂ ਹੋ ਗਈਆਂ ਫਿਰ? ਪ੍ਰੈਜ਼ੈਂਟ ਦੀਆਂ ਵੀ 4 ਹੈ, ਪਾਸਟ ਦੀਆਂ ਵੀ 4 ਹੈ, ਫਿਊਚਰ ਦੀਆਂ ਵੀ 4 ਹੈ, ਤਾਂ ਟੋਟਲ ਟਾਈਪਸ ਹੋ ਗਈਆਂ 12। ਠੀਕ ਹੈ, ਹੁਣ ਦੇਖੋ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ। ਡੈਫੀਨਿਟ ਕੀ ਹੁੰਦਾ? ਨਿਸ਼ਚਿਤ। ਠੀਕ ਹੈ, ਇਨਡੈਫੀਨਿਟ ਜਦੋਂ ਹੋ ਗਿਆ, ਕੋਈ ਚੀਜ਼ ਇਨਡੈਫੀਨਿਟ ਹੋ ਗਈ, ਅਨਿਸ਼ਚਿਤ ਹੋ ਗਈ। ਠੀਕ ਹੈ, ਤਾਂ ਪ੍ਰੈਜ਼ੈਂਟ ਇਨਡੈਫੀਨਿਟ ਮੀਨਸ ਸਾਨੂੰ ਕਿਰਿਆ ਜਿਹੜੀ ਹੋ ਰਹੀ ਹੈ, ਐਕਸ਼ਨ ਹੋ ਰਿਹਾ ਸੈਂਟੈਂਸ ਦੇ ਵਿੱਚ, ਸਾਨੂੰ ਨਹੀਂ ਪਤਾ ਹੈਗਾ ਵੀ ਉਹ ਐਕਸ਼ਨ ਪੂਰਾ ਹੋ ਗਿਆ ਜਾਂ ਚੱਲ ਰਿਹਾ ਹੈ ਜਾਂ ਕੀ ਹੈ। ਠੀਕ ਹੈ, ਇਸੇ ਲਈ ਇਹਨਾਂ ਦੀਆਂ ਟਾਈਪਸ ਬਣਾਈਆਂ ਬਸ। ਠੀਕ ਹੈ, ਇਹ ਗੱਲ ਸਮਝਣ ਵਾਲੀ ਹੈ ਸਭ ਤੋਂ ਪਹਿਲਾਂ ਵੀ ਇਹ ਚਾਰੋਂ ਟਾਈਪਸ ਕਿਉਂ ਹੈ। ਕਿਉਂਕਿ ਪ੍ਰੈਜ਼ੈਂਟ, ਸਿੰਪਲ ਪ੍ਰੈਜ਼ੈਂਟ ਤੋਂ ਸਾਨੂੰ ਨਹੀਂ ਪਤਾ ਚੱਲਦਾ ਕਿ ਐਕਸ਼ਨ ਹੋ ਚੁੱਕਾ ਹੈ ਜਾਂ ਹੋ ਰਿਹਾ ਹੈ ਜਾਂ ਇਨਕੰਪਲੀਟ ਹੈ। ਠੀਕ ਹੈ, ਇਨਡੈਫੀਨਿਟ, ਸਭ ਤੋਂ ਪਹਿਲਾਂ ਪ੍ਰੈਜ਼ੈਂਟ ਇਨਡੈਫੀਨਿਟ। ਪ੍ਰੈਜ਼ੈਂਟ ਇਨਡੈਫੀਨਿਟ ਨੂੰ ਪੰਜਾਬੀ ਦੇ ਵਿੱਚ ਅਸੀਂ ਦੇਖਣਾ ਹੋਵੇ ਤਾਂ ਇਹਦੇ ਕੀ ਪਹਿਚਾਣ ਹੁੰਦੀ ਹੈ ਪ੍ਰੈਜ਼ੈਂਟ ਇਨਡੈਫੀਨਿਟ ਦੀ? ਤਾਂ ਪੰਜਾਬੀ ਦੇ ਵਿੱਚ ਇਨਡੈਫੀਨਿਟ ਟੈਂਸ ਕੀ ਹੁੰਦਾ ਹੈ? ਦਾ ਹੈ, ਜਿਵੇਂ ਦਾ ਹੈ, ਦੀ ਹੈ ਜਾਂ ਦੀਆਂ ਹਨ, ਦੇ ਹਨ, ਇਸ ਤਰ੍ਹਾਂ ਦਾ, ਦੇ, ਦੀ ਵਗੈਰਾ ਲੱਗਿਆ ਹੁੰਦਾ। ਜਿਵੇਂ ਮੈਂ ਸਕੂਲ ਜਾਂਦਾ ਹਾਂ, ਉਹ ਸਕੂਲ ਜਾਂਦੇ ਹਨ। ਠੀਕ ਹੈ, ਸਾਨੂੰ ਇਹ ਪਤਾ ਚੱਲਦਾ ਵੀ ਕੋਈ ਕਿਰਿਆ ਹੋ ਰਹੀ ਹੈ, ਬਟ ਇਹ ਨਹੀਂ ਪਤਾ ਚੱਲਦਾ ਵੀ ਉਹ ਐਕਸ਼ਨ ਜਿਹੜਾ ਵੀ ਹੋ ਰਿਹਾ ਉਹ ਕੰਪਲੀਟ ਹੋ ਚੁੱਕਿਆ ਜਾਂ ਚੱਲ ਰਿਹਾ ਹੈ ਜਾਂ ਇਨਕੰਪਲੀਟ ਹੈ ਜਾਂ ਨਹੀਂ। ਠੀਕ ਹੈ, ਸੋ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਇਨਡੈਫੀਨਿਟ, ਪ੍ਰੈਜ਼ੈਂਟ ਇਨਡੈਫੀਨਿਟ ਟੈਂਸ। ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਇਸੇ ਲਈ ਇਹਨੂੰ ਇਨਡੈਫੀਨਿਟ ਕਿਹਾ, ਇਸੇ ਲਈ ਬਾਕੀ ਟਾਈਪਸ ਸਾਨੂੰ ਬਣਾਉਣੀਆਂ ਪਈਆਂ ਕਿ ਇਹਨਾਂ ਤੋਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਤੋਂ ਸਾਨੂੰ ਨਹੀਂ ਪਤਾ ਚੱਲਦਾ ਵੀ ਐਕਸ਼ਨ ਕੰਪਲੀਟ ਹੋ ਗਿਆ ਜਾਂ ਚੱਲ ਰਿਹਾ ਹੈ। ਠੀਕ ਹੈ, ਇਹ ਵਾਲੀਆਂ ਟਾਈਪਸ ਆਪਾਂ ਬਾਅਦ 'ਚ ਦੇਖਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਪ੍ਰੈਜ਼ੈਂਟ ਇੰਡੈਫੀਨਿਟ ਸਮਝਣਾ ਜ਼ਰੂਰੀ ਹੈ। ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਸਮਝਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ, ਜੇ ਅਸੀਂ ਬਾਕੀ ਵੀ ਟੈਂਸ ਅੱਛੀ ਤਰ੍ਹਾਂ ਸਮਝਣੇ ਚਾਹੁੰਦੇ ਹਾਂ। ਅਗਰ ਸਾਨੂੰ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਬੇਸ ਸਮਝ ਆ ਗਿਆ ਤਾਂ ਬਾਕੀ ਟੈਂਸ ਵੀ ਕੋਈ ਔਖੇ ਨਹੀਂ ਕਰਨੇ। ਠੀਕ ਹੈ, ਸੋ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ, ਸਭ ਤੋਂ ਪਹਿਲਾਂ ਪ੍ਰੈਜ਼ੈਂਟ ਇੰਡੈਫੀਨਿਟ, ਪ੍ਰੈਜ਼ੈਂਟ ਮੀਨਸ ਵਰਤਮਾਨ ਸਮਾਂ, ਇੰਡੈਫੀਨਿਟ ਮੀਨਸ ਸਾਨੂੰ ਪਤਾ ਵੀ ਕੋਈ ਐਕਸ਼ਨ ਹੁੰਦਾ ਪਿਆ ਬਟ ਇਹ ਨਹੀਂ ਪਤਾ ਵੀ ਉਹ ਕੰਪਲੀਟ ਹੋ ਚੁੱਕਿਆ ਜਾਂ ਨਹੀਂ। ਦੇਖੋ ਇਹਦੇ ਵਿੱਚ ਜ਼ਿਆਦਾਤਰ ਕਿਵੇਂ ਦੇ ਸੈਂਟੈਂਸ ਹੁੰਦੇ, ਜਾਂ ਤਾਂ ਆਦਤਾਂ ਹੁੰਦੀਆਂ ਜਿਹੜੀਆਂ ਸਾਡੀਆਂ ਆਦਤਾਂ ਵਗੈਰਾ, ਜਿਵੇਂ ਉਹ ਸਵੇਰੇ ਜਲਦੀ ਉੱਠਦਾ ਹੈ ਜਾਂ ਉੱਠਦੀ ਹੈ, ਉਹ ਹਰ ਰੋਜ਼ ਵੋਕ ਲਈ ਜਾਂਦੀ ਹੈ, ਉਹ ਖਾਣਾ ਖਾਂਦੀ ਹੈ, ਜਾਂ ਤਾਂ ਆਦਤਾਂ ਜਾਂ ਸਾਡਾ ਡੇਲੀ ਰੂਟੀਨ ਹੁੰਦਾ, ਜਿਵੇਂ ਐਵੇਂ ਦੀਆਂ ਚੀਜ਼ਾਂ ਜ਼ਿਆਦਾਤਰ ਪ੍ਰੈਜ਼ੈਂਟ ਟੈਂਸ ਦੇ ਵਿੱਚ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਆ ਜਾਂਦੀਆਂ। ਠੀਕ ਹੈ, ਸਭ ਤੋਂ ਪਹਿਲਾਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਰੂਲ ਦੇਖਦੇ ਹਾਂ ਅਸੀਂ। ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਕੀ ਯੂਜ਼ ਹੁੰਦਾ ਅਤੇ ਉਹ ਅਸੀਂ ਕਿਵੇਂ ਯੂਜ਼ ਕਰਨਾ। ਠੀਕ ਹੈ, ਇਹ ਤੁਹਾਨੂੰ ਮੈਂ ਦੱਸ ਚੁੱਕੀ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਆਦਤਾਂ ਲਈ ਯੂਜ਼ ਹੁੰਦਾ ਅਤੇ ਪੰਜਾਬੀ ਦੇ ਵਿੱਚ ਸਾਨੂੰ ਕਿੱਥੋਂ ਪਤਾ ਲੱਗਦਾ ਵੀ ਟੈਂਸ ਕੋਈ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ? ਦਾ ਹੈ, ਦੀ ਹੈ, ਦੀਆਂ ਹਨ, ਦੇ ਹਨ ਵਗੈਰਾ ਲੱਗਿਆ ਹੁੰਦਾ ਪੰਜਾਬੀ 'ਚ। ਸੋ ਇੰਗਲਿਸ਼ ਵਿੱਚ ਕੀ ਲੱਗਿਆ ਹੁੰਦਾ ਜਿਹੜਾ ਅਸੀਂ ਅੱਜ ਸਮਝਣਾ ਹੈ? ਦੇਖੋ ਇੰਗਲਿਸ਼ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਸਬਜੈਕਟ ਹੁੰਦਾ। ਜਦੋਂ ਵੀ ਅਸੀਂ ਕੋਈ ਸੈਂਟੈਂਸ ਬਣਾਉਣੇ ਆ, ਸਭ ਤੋਂ ਪਹਿਲਾਂ ਸਬਜੈਕਟ ਹੁੰਦਾ ਉਹਦੇ 'ਚ। ਠੀਕ ਹੈ, ਸਬਜੈਕਟ ਕੋਈ ਨਾਊਨ, ਪ੍ਰੋਨਾਊਨ ਜਾਂ ਕਿਸੇ ਦਾ ਨਾਮ ਵੀ ਹੋ ਸਕਦਾ ਹੈ। ਸਿੰਗੂਲਰ, ਅਗਰ ਸਬਜੈਕਟ ਹੈ ਜਿਹੜਾ ਸਾਡਾ ਸਿੰਗੂਲਰ ਹੈ, ਸਿੰਗੂਲਰ ਮੀਨਸ ਇੱਕ ਵਚਨ ਹੈ, ਕੋਈ ਵੀ ਜਿਹੜਾ ਕਿਰਿਆ ਕਰ ਰਿਹਾ ਹੈ, ਪਰਸਨ ਹੈ, ਉਹ ਇੱਕ ਵਚਨ ਹੈ ਅਤੇ ਉਹਦੇ 'ਚ ਫਿਰ ਕੀ ਹੋਊਗਾ ਅੱਗੇ?
अगर सब्जैक्ट सिंगुलर है उस तो बाद असी की यूज़ करते हैं वर्ब किहड़ी आउंदी है प्रेजेंट टेंस विच फस्ट फॉर्म, एक गल याद रखनी है, फस्ट फॉर्म V1, ठीक है। V1 नाल एस जां ES आऊगी जदों सब्जैक्ट है जिहड़ा साडा सिंगुलर है, एक वचन है, प्लस ऑबजैक्ट की हुंदा साडा पंजाबी च जिहनूं असीं कर्म कहने आ, ऑबजैक्ट जिहदे उत्ते काम हो रहा है, जिते एक्शन पास ऑन हो रहा है, ठीक है। सो सब तो पहला देखते हैं एग्जाम्पल, देखो सिंगुलर सब्जैक्ट है जदों जिहड़ा साडा एक करता है, सब्जैक्ट है, एक्शन करन वाला है, क्रिया नूं करन वाला है, वो जदों सिंगुलर है, ही एक परसन लिए यूज़ करते हैं, एक मेल परसन लिए, सिंगुलर है तो असीं की लगावांगे स्पीक्स, ही स्पीक्स इंग्लिश। V1 स्पीक की है, इन्ना की है, V1 है, वर्ब दी पहली फॉर्म है स्पीक। जदों सब्जैक्ट साडा सिंगुलर है, एक वचन है, तो असीं V1 दे नाल की लगा देंगे S और ES। हुण S और ES क्यों? क्योंकि कई वर्ब्स नाल तां कल्ली S लग जाती है, कई वर्ब्स नाल S नाल नहीं सरदा, जिवें गो है, गो नाल असीं कल्ली S नहीं लगाउंदे, जदों सानूं गो दी लोड़ पऊगी तो असीं गो नाल ES लगावांगे, ठीक है। इसलिए असीं कह दिंदे आ वर्ब दी फॉर्म नाल S और ES, ठीक है। ही सिंगुलर है तो वर्ब दी फॉर्म नाल असीं S लगाता, ही स्पीक्स इंग्लिश, वो इंग्लिश बोलदा है, ठीक है, हैबिट होगी एक तरह की, वो इंग्लिश बोलदा है जां उहदा रूटीन हो गया, ही वो इंग्लिश बोलदा है। जे इत्थे शी भी हो सकता सी, वो इंग्लिश बोलदी है, दे है तो वो इंग्लिश बोलते हैं। कहने का मतलब तुहानूं पंजाबी च सिंपल वर्ड्स विच दस रही हाँ कि जदों दा है, दे है जां दियां हन वगैरह है हुंदा है, तो उदों सानूं असीं उत्थों पहचान सकते हैं कि टेंस पंजाबी दे विचों प्रेजेंट टेंस है। इंग्लिश विच कित्थों पता चलदा सानूं? जदों सब्जैक्ट सिंगुलर है तो वर्ब दी फॉर्म नाल S जां ES लग्या हुंदा बस, ठीक है। वर्ब दी फॉर्म नाल जदों S जां ES लग्या फस्ट फॉर्म नाल, तां की है साडा टेंस है जिहड़ा वो प्रेजेंट इंडेफिनिट टेंस है, जिहड़ा असीं आ कर रहे हैं प्रेजेंट इंडेफिनिट टेंस, ठीक है। ही स्पीक्स इंग्लिश, देखो इंडेफिनिट वही गल कि सानू पता नहीं हैगा भी एक्शन है जिहड़ा कंप्लीट हो रहा है जां चल रहा है जां कंप्लीट हो चुका है, ठीक है। अगे एक होर एग्जाम्पल लैने आ, राजू सिंग्स अ सॉन्ग, राजू एक जन है, राजू सिंग्स वर्ब दी फॉर्म नाल असीं की लगाता, फस्ट फॉर्म है सिंग नाल असीं की लगाया S, सिंग्स, ठीक है। राजू सिंग्स अ सॉन्ग, राजू एक गाना गाउंदा है, सिंग नाल वर्ब दी फस्ट फॉर्म नाल असीं S लगाता, तां टेंस किहड़ा बन गया प्रेजेंट इंडेफिनिट टेंस। इनू असीं सिंपल टेंस भी कह दिंदे आ, सिंपल टेंस, प्रेजेंट सिंपल टेंस, ठीक है। अगे देखो जदों इत्थे तां सीगा सिंगुलर, जिहड़ा सब्जैक्ट साडा सिंगुलर सी, एक वचन सी, काम करन वाला एक जना सी, तां असीं वर्ब दी फॉर्म नाल S और ES लगा रहे सी। जदों जिहड़ा साडा सब्जैक्ट प्लूरल आ गया तां जिहड़ी वर्ब दी फॉर्म असीं पहली फॉर्म लगाउणी है, उहदे नाल असीं कुछ S और ES नहीं लगाउणा, वर्ब दी फस्ट फॉर्म नाल असीं S और ES नहीं लगाउणा जदों जिहड़ा साडा सब्जैक्ट है वो साडा प्लूरल है, जिवें दे है, दे च ज़्यादा जने आ जांदे आ, ज़्यादा जने आ गए, प्लूरल हो गया सब्जैक्ट, तां असीं वर्ब दी सिर्फ फस्ट फॉर्म लगाउणी है, आ वाला S और ES इत्थे नहीं लगाउणा। दे स्पीक्स इंग्लिश, दे स्पीक इंग्लिश, ठीक है। अगे वी सिंग अ सॉन्ग, वी भी ज़्यादा जाने हैं, असी ज़्यादा जाने आ जाते हैं, वी सिंग अ सॉन्ग, सिंग नाल असी S और ES नहीं लगाया क्योंकि सब्जैक्ट की है साडा इत्थे प्लूरल है जी, ठीक है। वी सिंग अ सॉन्ग, ठीक है। ये तो सीगा साडा सिंपल प्रेजेंट इंडेफिनिट टेंस,
ਜਿਹਦੇ ਵਿੱਚ ਸਿੰਪਲ ਹੀ ਟੈਂਸ ਕੀਤੇ ਆ ਅਸੀਂ ਸਿੰਪਲ ਅਫਰਮੇਟਿਵ ਸੈਂਟੈਂਸ ਕਹਿ ਦਿੰਦੇ ਹਾਂ, ਜਿਹਨਾਂ ਨੂੰ ਪੋਜ਼ਿਟਿਵ ਸੈਂਟੈਂਸ ਸਟੇਟਮੈਂਟਸ ਵੀ ਕਹਿ ਦਿੰਦੇ ਹਾਂ ਅਸੀਂ। ਸਟੇਟਮੈਂਟਸ ਮਤਲਬ ਇਹਦੇ 'ਚ ਨੈਗੇਟਿਵ ਕੋਈ ਸੈਂਟੈਂਸ ਨਹੀਂ ਸੀਗਾ, ਜਾਂ ਇੰਟੈਰੋਗੇਟਿਵ ਜਿਹ 'ਚ ਕੁਐਸਚਨ ਪੁੱਛੇ ਜਾਂਦੇ ਆ ਉਹ ਟੈਂਸ ਵੀ ਨਹੀਂ ਸੀਗੇ। ਅਸੀਂ ਹੁਣ ਅੱਗੇ ਕਰਾਂਗੇ ਇੰਟਰੋਗੇਟਿਵ ਕਿਵੇਂ ਬਣਾਉਣੇ ਆ, ਅਤੇ ਨੈਗੇਟਿਵ ਜਿਹੜੇ ਸੈਂਟੈਂਸ ਕਿਵੇਂ ਬਣਾਉਣੇ ਆ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵਿੱਚ ਵੀ। ਮੰਨ ਲਓ ਇੱਥੇ ਤਾਂ ਹੈਗਾ ਉਹ ਇੰਗਲਿਸ਼ ਬੋਲਦਾ ਹੈ, ਠੀਕ ਹੈ। ਜੇ ਸਾਨੂੰ ਆ ਗਿਆ ਉਹ ਇੰਗਲਿਸ਼ ਨਹੀਂ ਬੋਲਦਾ ਹੈ ਤਾਂ ਕੀ ਲਗਾਵਾਂਗੇ ਅਸੀਂ, ਕੀ ਐਂ ਲਗਾ ਦਾਂਗੇ ਹੀ ਨੋਟ ਸਪੀਕ ਇੰਗਲਿਸ਼, ਨਹੀਂ ਜੀ। ਜਾਂ ਅਸੀਂ ਇੱਥੇ ਇਹ ਲਗਾ ਦਾਂਗੇ ਰਾਜੂ ਨੋਟ ਸਿੰਗਸ ਅ ਸੌਂਗ, ਤਾਂ ਗਲਤ ਹੈ, ਬਿਲਕੁਲ ਗਲਤ ਹੈ। ਕਿਵੇਂ ਅਸੀਂ ਬਣਾਵਾਂਗੇ ਇੰਟਰੋਗੇਟਿਵ ਸੈਂਟੈਂਸ ਅਤੇ ਨੈਗੇਟਿਵ ਸੈਂਟੈਂਸ, ਉਹ ਅਸੀਂ ਦੇਖਦੇ ਹਾਂ ਅੱਗੇ ਐਗਜ਼ੈਂਪਲਸ ਦੇ ਨਾਲ। ਹਾਂਜੀ, ਹੁਣ ਅਸੀਂ ਦੇਖਾਂਗੇ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਜਦੋਂ ਅਸੀਂ ਨੈਗੇਟਿਵ ਸੈਂਟੈਂਸ ਬਣਾਉਣਾ ਹੈ ਤਾਂ ਉਦੋਂ ਕਿਵੇਂ ਬਣਾਉਣਾ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਸਬਜੈਕਟ ਸਿੰਗੂਲਰ ਹੈ, ਜਦੋਂ ਸਬਜੈਕਟ ਅਗਰ ਸਾਡਾ ਸਿੰਗੂਲਰ ਹੈ ਤਾਂ ਜਿਹੜਾ ਅਸੀਂ ਡਜ਼ ਨੋਟ ਲਗਾਵਾਂਗੇ, ਡਜ਼ ਨੋਟ ਅਤੇ V1 ਪਲੱਸ ਆਬਜੈਕਟ, ਠੀਕ ਹੈ। ਵਰਬ ਦੀ ਪਹਿਲੀ ਫਾਰਮ ਪਲੱਸ ਆਬਜੈਕਟ। ਅਗਰ ਸਬਜੈਕਟ ਸਿੰਗੂਲਰ ਆ ਤਾਂ ਹੈਲਪਿੰਗ ਵਰਬ ਕਿਹੜਾ ਲੱਗੂਗਾ, ਡਜ਼। ਨੋਟ ਕਦੇ ਵੀ ਇਕੱਲਾ ਯੂਜ਼ ਨਹੀਂ ਹੁੰਦਾ ਕਿ ਸ਼ੀ ਨੋਟ ਸਪੀਕ ਇੰਗਲਿਸ਼, ਹੀ ਡਜ਼ ਨੋਟ ਸਪੀਕ ਇੰਗਲਿਸ਼। ਹੀ ਸਬਜੈਕਟ ਸਿੰਗੂਲਰ ਹੈ, ਡੂ ਨਾਲ ਕੀ ਲੱਗ ਗਿਆ, ES ਲੱਗ ਗਿਆ, ਡੂ ਦਾ ਡਜ਼ ਬਣ ਗਿਆ, ਹੀ ਡਜ਼ ਨੋਟ ਸਪੀਕ ਇੰਗਲਿਸ਼। ਦੇਖੋ ਕਿਹੜਾ ਹੈਲਪਿੰਗ ਵਰਬ ਲੱਗਦਾ ਹੈ, ਡਜ਼ ਨੋਟ, ਜਦੋਂ ਸਬਜੈਕਟ ਸਿੰਗੂਲਰ ਹੈ। ਅਤੇ ਵਰਬ ਦੀ ਪਹਿਲੀ ਫਾਰਮ ਨਾਲ ਅਸੀਂ ਐਸ ਜਾਂ ES ਲਗਾਉਂਦੇ ਸੀ, ਵਰਬ ਦੀ ਪਹਿਲੀ ਫਾਰਮ ਨਾਲ ਐਸ ਜਾਂ ES ਨਹੀਂ ਲੱਗੂਗਾ, ਵਰਬ ਦੀ ਪਹਿਲੀ ਫਾਰਮ ਹੀ ਆਏਗੀ ਸਿਰਫ। ਜਿਹੜਾ ਉਹ ਵਾਲਾ ਐਸ ਜਾਂ ES ਹੁੰਦਾ, ਤੁਸੀਂ ਇਹ ਮੰਨ ਲਿਆ ਕਰੋ ਕਿ ਉਹ ਵਾਲਾ ਜਿਹੜਾ ਵਰਬ ਦੀ ਫਾਰਮ ਨਾਲ ਅਸੀਂ ਪੋਜ਼ੀਟਿਵ ਸੈਂਟੈਂਸ ਵਿੱਚ ES ਲਗਾਉਂਦੇ ਸੀ, ਉਹ ਵਾਲਾ ਜਿਹੜਾ ES ਹੈ ਡੂ ਨਾਲ ਲੱਗ ਜਾਂਦਾ ਜਦੋਂ ਅਸੀਂ ਨੈਗੇਟਿਵ ਸੈਂਟੈਂਸ ਬਣਾਉਣੇ ਆ ਜਾਂ ਇੰਟਰੋਗੇਟਿਵ ਸੈਂਟੈਂਸ ਬਣਾਉਣੇ ਆ। ਦੇਖੋ ਹੀ ਡਜ਼ ਨੋਟ ਸਪੀਕ ਇੰਗਲਿਸ਼, ਇੰਗਲਿਸ਼ ਕੀ ਹੋ ਗਿਆ ਆਬਜੈਕਟ, ਸਪੀਕ ਕੀ ਹੋ ਗਿਆ V1, ਡਜ਼ ਨੋਟ ਹੀ ਡਜ਼ ਨੋਟ ਸਪੀਕ ਇੰਗਲਿਸ਼। ਰਾਜੂ ਡਜ਼ ਨੋਟ ਸਿੰਗ ਅ ਸੌਂਗ, ਰਾਜੂ ਕੀ ਹੋ ਗਿਆ ਸਾਡਾ ਸਬਜੈਕਟ ਹੋ ਗਿਆ, ਸਿੰਗੂਲਰ ਸਬਜੈਕਟ, ਇੱਕ ਵਚਨ ਜਿਹਨੂੰ ਅਸੀਂ ਕਹਿੰਦੇ ਹਾਂ। ਡਜ਼ ਨੋਟ ਆਊਗਾ ਕਿਉਂਕਿ ਸਬਜੈਕਟ ਕੀ ਹੈ, ਸਿੰਗੂਲਰ ਹੈ। ਸਿੰਗ ਫਸਟ ਫਾਰਮ ਆਏਗੀ ਅਤੇ ਅ ਸੌਂਗ ਆਬਜੈਕਟ ਹੈ। ਰਾਜੂ ਡਜ਼ ਨੋਟ ਸਿੰਗ ਅ ਸੌਂਗ, ਇੱਥੇ ਵੀ ਵਰਬ ਦੀ ਫਾਰਮ ਨਾਲ ਐਸ ਨਹੀਂ ਲਗਾਵਾਂਗੇ ਅਸੀਂ, ਜਿਹੜਾ ਉਹ ਐਸ ਜਾਂ ES ਅਸੀਂ ਲਗਾਉਂਦੇ ਸੀ ਉਹ ਕਿੱਧਰ ਚਲਾ ਜਾਂਦਾ, ਇੱਧਰ, ਠੀਕ ਹੈ। ਅੱਗੇ ਜਦੋਂ ਸਬਜੈਕਟ ਪਲੂਰਲ ਹੋ ਜਾਂਦਾ, ਪਲੂਰਲ ਹੈ ਸਬਜੈਕਟ ਸਾਡਾ, ਤਾਂ ਉਦੋਂ ਇੱਥੇ ਸਿੰਗੂਲਰ ਵਿੱਚ ਅਸੀਂ ਡਜ਼ ਨੋਟ ਲਗਾਉਂਦੇ ਸੀ, ਇੱਥੇ ਕੀ ਲਗਾਵਾਂਗੇ, ਡੂ ਨੋਟ ਪਲੱਸ V1, ਬਾਕੀ ਰੂਲਸ ਉਹੀ ਹੈ, ਪਲੱਸ ਆਬਜੈਕਟ। ਦੇ ਡੂ ਨੋਟ ਸਪੀਕ ਇੰਗਲਿਸ਼, ਦੇ ਪਲੂਰਲ ਸਬਜੈਕਟ ਹੈ, ਪਲੂਰਲ ਹੋ ਗਿਆ, ਡੂ ਨੋਟ ਸਪੀਕ ਇੰਗਲਿਸ਼, ਠੀਕ ਹੈ। ਵੀ ਪਲੂਰਲ ਸਬਜੈਕਟ ਹੈ, ਵੀ ਡੂ ਨੋਟ ਸਪੀਕ ਇੰਗਲਿਸ਼, ਠੀਕ ਹੈ। ਪਲੂਰਲ ਸਬਜੈਕਟ ਪਲੱਸ ਡੂ ਨੋਟ ਪਲੱਸ V1 ਵਰਬ ਦੀ ਪਹਿਲੀ ਫਾਰਮ ਪਲੱਸ ਆਬਜੈਕਟ, ਠੀਕ ਹੈ। ਇਸ ਤੋਂ ਬਾਅਦ ਅਸੀਂ ਐਗਜ਼ੈਂਪਲਸ ਲੈਂਦੇ ਹਾਂ। ਇੰਟਰੋਗੇਟਿਵ ਸੈਂਟੈਂਸ ਹੁੰਦਾ, ਇਹ ਤਾਂ ਸੀਗੇ ਨੈਗੇਟਿਵ ਅਤੇ ਪੋਜ਼ੀਟਿਵ ਸੈਂਟੈਂਸ ਅਸੀਂ ਕਰ ਲਏ। ਜੇ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵਿੱਚ ਇੰਟਰੋਗੇਟਿਵ ਬਣਾਉਣਾ, ਜਿਵੇਂ ਕੁਐਸਚਨ ਪੁੱਛੇ ਜਾਂਦੇ ਆ, ਵਾਟ ਡੂ ਯੂ ਵਾਂਟ, ਠੀਕ ਹੈ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ। ਕਿੱਥੋਂ ਪਤਾ ਚੱਲੂਗਾ ਸਾਨੂੰ, ਜਾਂ ਅਸੀਂ ਕਿਵੇਂ ਬਣਾਵਾਂਗੇ ਜਿਹੜਾ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਇੰਟਰੋਗੇਟਿਵ ਸੈਂਟੈਂਸ, ਅੱਗੇ ਅਸੀਂ ਉਹ ਦੇਖਦੇ ਹਾਂ। ਹਾਂਜੀ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਹੁਣ ਇੰਟਰੋਗੇਟਿਵ ਸੈਂਟੈਂਸ ਬਣਾਉਣ ਦੇ ਕੀ ਰੂਲ ਹੁੰਦੇ ਆ। ਸਭ ਤੋਂ ਪਹਿਲਾਂ ਜਿਹੜਾ ਡੂ ਔਰ ਡਜ਼ ਅਸੀਂ ਲਗਾਉਂਦੇ ਸੀ ਉਹ ਅੱਗੇ ਆ ਜਾਂਦਾ, ਸਭ ਤੋਂ ਅੱਗੇ ਆ ਜਾਂਦਾ ਡੂ ਜਾਂ ਡਜ਼, ਠੀਕ ਹੈ। ਹੁਣ ਡੂ ਜਾਂ ਡਜ਼ ਕਦੋਂ ਲਗਾਉਣਾ ਸਾਨੂੰ ਪਤਾ, ਡਜ਼ ਅਸੀਂ ਉਦੋਂ ਲਗਾਉਣੇ ਜਦੋਂ ਸਬਜੈਕਟ ਸਾਡੇ ਕੋਲ ਸਿੰਗੂਲਰ ਹੁੰਦਾ ਹੈ, ਡੂ ਅਸੀਂ ਉਦੋਂ ਲਗਾਉਣਾ ਜਦੋਂ ਸਬਜੈਕਟ ਪਲੂਰਲ ਹੁੰਦਾ, ਠੀਕ ਹੈ। ਇੱਕ ਇੰਟਰੋਗੇਟਿਵ ਸੈਂਟੈਂਸ ਦੇ ਵਿੱਚ ਹੋਰ ਅਸੀਂ ਕੀ ਕਰਨਾ ਹੁੰਦਾ, ਲਾਸਟ ਵਿੱਚ ਕੁਐਸਚਨ ਮਾਰਕ ਜ਼ਰੂਰ ਲਗਾਉਣਾ ਹੁੰਦਾ ਸੈਂਟੈਂਸ ਦੇ ਵਿੱਚ। ਦੇਖੋ ਅਗਰ ਸਬਜੈਕਟ ਸਿੰਗੂਲਰ ਹੈ, ਰੂਲ ਦੇਖ ਲਓ ਪਹਿਲਾਂ, ਡਜ਼ ਪਲੱਸ ਸਿੰਗੂਲਰ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ, ਠੀਕ ਹੈ। ਡਜ਼ ਹੀ ਸਪੀਕ ਇੰਗਲਿਸ਼, ਸਭ ਤੋਂ ਪਹਿਲਾਂ ਅਸੀਂ ਲਾਇਆ ਡਜ਼, ਫਿਰ ਲਾਇਆ ਸਾਡਾ ਸਬਜੈਕਟ ਸਿੰਗੂਲਰ ਹੈ, ਇੱਕ ਵਚਨ ਹੈ, ਤਾਂ ਹੀ ਕਰਕੇ ਅਸੀਂ ਡਜ਼ ਲਗਾਇਆ ਸੀ। ਸਪੀਕ ਵਰਬ ਦੀ ਪਹਿਲੀ ਫਾਰਮ ਹੈ ਅਤੇ ਇੰਗਲਿਸ਼ ਆਬਜੈਕਟ ਹੈ, ਠੀਕ ਹੈ। ਡਜ਼ ਹੀ ਸਪੀਕ ਇੰਗਲਿਸ਼। ਅਗਰ ਸਬਜੈਕਟ ਸਾਡਾ ਪਲੂਰਲ ਆ ਗਿਆ, ਦੇ ਪਲੂਰਲ ਹੈ, ਤਾਂ ਅਸੀਂ ਕੀ ਲਗਾ ਦਾਂਗੇ, ਡੂ ਦੀ ਜਗ੍ਹਾ ਡਜ਼, ਬਾਕੀ ਸਾਰੇ ਰੂਲਸ ਉਵੇਂ ਰਹਿਣਗੇ। ਡੂ ਦੇ ਸਿੰਗ ਅ ਸੌਂਗ, ਡੂ ਦੇ ਸਿੰਗ ਅ
ਸੌਂਗ। ਨੈਕਸਟ ਹੈ ਜੀ WH ਵਰਡ ਵਾਲੇ ਸੈਂਟੈਂਸ। WH ਵਰਡ ਕਿਹੜੇ ਹੁੰਦੇ ਆ ਸਾਡੇ, ਜਦੋਂ ਕੁਐਸਚਨ ਦੇ ਅਗਰ ਬਿਲਕੁਲ ਸਟਾਰਟਿੰਗ ਦੇ ਵਿੱਚ ਵਾਟ, ਵੈਨ, ਵੇਅਰ, ਵਾਈ, ਹੂਮ, ਹਾਊ, ਹੂ ਜਾਂ ਹੂਜ਼ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਸਾਨੂੰ। ਇਹਨਾਂ ਦਾ ਕੀ ਮਤਲਬ ਹੁੰਦਾ, ਵਾਟ ਹੁੰਦਾ ਕੀ, ਵੈਨ ਕਦੋਂ, ਵੇਅਰ ਕਿੱਥੇ, ਵਾਈ ਕਿਉਂ, ਹੂਮ ਕਿਸ ਨੂੰ, ਹਾਊ ਕਿਵੇਂ, ਹੂ ਕੌਣ ਅਤੇ ਹੂਜ਼ ਕਿਸ ਦਾ। ਠੀਕ ਹੈ, ਜਦੋਂ ਅਸੀਂ ਇਹ ਲਗਾ ਲੈਂਦੇ ਹਾਂ ਉਦੋਂ ਅਸੀਂ ਸੈਂਟੈਂਸ ਕਿਵੇਂ ਬਣਾਉਣਾ ਹੈ। ਸਭ ਤੋਂ ਪਹਿਲਾਂ WH ਵਰਡ ਆਏਗਾ ਜਿਹੜਾ ਵੀ ਅਸੀਂ ਯੂਜ਼ ਕਰਨਾ ਚਾਹ ਰਹੇ ਇਹਨਾਂ ਦੇ ਵਿੱਚੋਂ। ਉਸ ਤੋਂ ਬਾਅਦ ਕੀ ਆਏਗਾ, ਹੈਲਪਿੰਗ ਵਰਬ ਡੂ ਔਰ ਡਜ਼। ਡੂ ਔਰ ਡਜ਼ ਸਾਨੂੰ ਹੁਣ ਤੱਕ ਪਤਾ ਚੱਲ ਗਿਆ ਕਿ ਡੂ ਅਸੀਂ ਜਦੋਂ ਸਬਜੈਕਟ ਸਾਡਾ ਪਲੂਰਲ ਹੈ ਉਦੋਂ ਲਗਾਉਣਾ ਹੁੰਦਾ ਹੈ, ਅਤੇ ਡਜ਼ ਜਦੋਂ ਸਬਜੈਕਟ ਸਾਡਾ ਸਿੰਗੂਲਰ ਹੈ ਉਦੋਂ ਲਗਾਉਣਾ ਹੈ। ਪਲੱਸ ਆਏਗਾ ਫਿਰ ਸਬਜੈਕਟ, ਬਾਅਦ ਵਿੱਚ ਵਰਬ, ਫਿਰ ਲਾਸਟ ਵਿੱਚ ऑब्जेक्ट। ठीक है, देखो सब तो पहला वैन लगा रहे हैं ਅਸੀਂ ਕੀ ਕਹਿਣਾ ਚਾਹ ਰਹੇ ਹਾਂ ਕਿ ਉਹ ਕਦੋਂ ਗਾਣਾ ਗਾਉਂਦੇ ਹਨ, ਉਹ ਗਾਣਾ ਕਦੋਂ ਗਾਉਂਦੇ ਹਨ। ਤਾਂ ਕਦੋਂ ਲਈ ਅਸੀਂ ਕੀ ਯੂਜ਼ ਕਰਦੇ ਹਾਂ, ਸਭ ਤੋਂ ਪਹਿਲਾਂ ਵੈਨ। ਵੈਨ ਤੋਂ ਬਾਅਦ ਲਾਉਣਾ ਹੈ ਡੂ ਹੁਣ। ਠੀਕ ਹੈ, ਇਹਨਾਂ ਵਿੱਚ ਅਸੀਂ ਡੂ ਜਾਂ ਡਜ਼ ਅੱਗੇ ਲਗਾ ਦਿੰਦੇ ਸੀ। ਜਦੋਂ ਸਾਡੇ ਇਹ WH ਵਾਲੇ ਵਰਡਸ ਵਾਲੇ ਸੈਂਟੈਂਸ ਹੁੰਦੇ ਆ ਉਦੋਂ ਅਸੀਂ WH ਵਰਡ ਲਗਾਉਣ ਤੋਂ ਬਾਅਦ ਡੂ ਲਗਾਉਣਾ ਹੈ। ਠੀਕ ਹੈ, ਬਾਕੀ ਉੱਦਾਂ ਹੀ ਰਹਿ ਜਾਓ ਸਾਰਾ ਕੁਛ। ਡੂ ਔਰ ਡਜ਼ ਨਾਟ ਲਗਾ ਕੇ ਸਬਜੈਕਟ ਪਲੱਸ V1 ਪਲੱਸ ਆਬਜੈਕਟ। ਵੈਨ ਡੂ ਦੇ ਸਿੰਗ ਅ ਸੌਂਗ, ਵੇਅਰ ਡਜ਼ ਹੀ ਪਲੇ ਕ੍ਰਿਕਟ। ਦੇਖੋ ਜਦੋਂ ਸਾਡਾ ਸਬਜੈਕਟ ਪਲੂਰਲ ਹੈ, ਦੇ ਹੈ, ਤਾਂ ਅਸੀਂ ਡੂ ਲਗਾਇਆ WH ਵਰਡ ਤੋਂ ਬਾਅਦ। ਜਦੋਂ ਸਾਡਾ ਸਬਜੈਕਟ ਸਿੰਗੂਲਰ ਹੈ, ਇੱਕ ਵਚਨ ਹੈ, ਤਾਂ ਅਸੀਂ ਜਿਹੜਾ ਹੈਲਪਿੰਗ ਵਰਬ ਡਜ਼ ਲਗਾ ਰਹੇ ਹਾਂ, ਹੀ ਨਾਲ ਡਜ਼ ਲਗਾ ਰਹੇ ਹਾਂ, ਦੇ ਹੈ ਤਾਂ ਡੂ ਲਗਾ ਰਹੇ ਹਾਂ WH ਵਰਡ ਤੋਂ ਬਾਅਦ। ਠੀਕ ਹੈ, ਇਹਦਾ ਕੀ ਮਤਲਬ ਹੈ ਹੁਣ, ਵੈਨ ਡੂ ਦੇ ਸਿੰਗ ਅ ਸੌਂਗ, ਉਹ ਗਾਣਾ ਕਦੋਂ ਗਾਉਂਦੇ ਹਨ। ਵੇਅਰ ਡਜ਼ ਹੀ ਪਲੇ ਕ੍ਰਿਕਟ, ਉਹ ਕ੍ਰਿਕਟ ਕਿੱਥੇ ਖੇਡਦੇ ਹਨ। ਠੀਕ ਹੈ, WH ਵਰਡ ਪਲੱਸ ਡੂ ਔਰ ਡਜ਼ ਨਾਟ ਪਲੱਸ ਸਬਜੈਕਟ ਪਲੱਸ V1 ਪਲੱਸ ਆਬਜੈਕਟ। ਆਬਜੈਕਟ ਸਾਡਾ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਜਾਂ ਜਿਹੜਾ ਵੀ ਅਸੀਂ ਕੰਮ ਕਰ ਰਹੇ ਹਾਂ ਜਿਸ ਆਬਜੈਕਟ 'ਤੇ, ਉਹਨੂੰ ਅਸੀਂ ਆਬਜੈਕਟ ਕਹਿ ਦਿੰਦੇ ਹਾਂ। ਸੋ ਮੈਨੂੰ ਲੱਗਦਾ ਕਿ ਪ੍ਰੈਜ਼ੈਂਟ ਟੈਂਸ ਦਾ ਤੁਹਾਨੂੰ ਸਮਝ ਆ ਗਿਆ ਹੋਣੇ। ਪ੍ਰੈਜ਼ੈਂਟ ਟੈਂਸ ਚੰਗੀ ਤਰ੍ਹਾਂ ਤੁਸੀਂ ਇਹਦੀ ਪ੍ਰੈਕਟਿਸ ਵੀ ਕਰੋ। ਪ੍ਰੈਜ਼ੈਂਟ ਟੈਂਸ ਜੇ ਤੁਹਾਨੂੰ ਸਮਝ ਆ ਗਿਆ ਤਾਂ ਹੀ ਅੱਗੇ ਵਾਲੇ ਜਿਹੜੇ ਟੈਂਸ ਹੈ ਤੁਹਾਨੂੰ ਸਮਝ ਆਉਣਗੇ। ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ। ਥੈਂਕ ਯੂ, ਹੈਵ ਅ ਗ੍ਰੇਟ ਟਾਈਮ।